सत श्री अकाल, स्वागत है न्यूज़ 18 पंजाब हरियाणा हिमाचल देख रहे सारे दर्शकों का। मैं ਤੁਹਾਡਾ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੀ ਸ਼ੁਰੂਆਤ ਕਰਦੇ ਹਾਂ ਸਵੇਰ ਦੀ ਅਹਿਮ ਖਬਰ ਦੇ ਨਾਲ। ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਆਖਿਰਕਾਰ ਸੱਦਾ ਪੱਤਰ ਭੇਜ ਦਿੱਤਾ। ਜੀ ਹਾਂ, ਲਿਖਤੀ ਵਿੱਚ ਸੱਦਾ ਪੱਤਰ ਭੇਜਿਆ ਗਿਆ ਹੈ। 29 ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦੇ ਲਈ ਦਿੱਲੀ ਬੁਲਾਇਆ ਗਿਆ ਹੈ। ਖੇਤੀਬਾੜੀ ਅਤੇ ਰੇਲ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਨਗੇ। ਕਿਸਾਨਾਂ ਦੇ ਨਾਲ ਮੀਟਿੰਗ ਹੋਵੇਗੀ। 13 ਨਵੰਬਰ ਦਾ ਦਿਨ ਮੁਕਰਰ ਕੀਤਾ ਗਿਆ ਸਵੇਰੇ 11 ਵਜੇ ਜਿਹੜਾ ਹੈ ਉਹ ਵਿਗਿਆਨ ਭਵਨ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ। ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਵੱਲੋਂ ਇਹ ਸੱਦਾ ਪੱਤਰ 29 ਕਿਸਾਨ ਜਥੇਬੰਦੀਆਂ ਨੂੰ ਲਿਖਤੀ ਰੂਪ ਦੇ ਵਿੱਚ ਭੇਜਿਆ ਗਿਆ ਹੈ। ਤੁਹਾਨੂੰ ਦੱਸਦੀ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੈ ਤੇ ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਮੀਟਿੰਗ ਕਰਨਗੇ। ਰੂਪਰੇਖਾ ਤਿਆਰ ਕੀਤੀ ਜਾਵੇ, ਕਿਸ ਪੱਧਰ ਤੇ ਗੱਲਬਾਤ ਕਰਨੀ ਹੈ, ਕਿਹੜੇ ਜਿਹੜੇ ਉਹਨਾਂ ਦੇ ਮੇਨ ਜਿਹੜੇ ਸ਼ੰਕੇ ਨੇ ਉਹ ਇਸ ਮੀਟਿੰਗ ਵਿੱਚ ਰੱਖਣੇ। ਸਾਰੀ ਵਿਸਤਾਰ ਦੇ ਨਾਲ ਕੱਲ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੋਣੀ ਹੈ। ਠੀਕ ਦਿੱਲੀ ਦੀ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਤਾਂ ਕੇਂਦਰ ਨਾਲ ਮੁਲਾਕਾਤ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਆਪਣੀ ਮੀਟਿੰਗ ਕਰਨਗੇ। ਗੱਲਬਾਤ ਦੌਰਾਨ ਕਈ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕੀਤੀ ਜਾਣੀ ਹੈ। ਉਸੇ ਤਰੀਕੇ ਦੇ ਨਾਲ ਉਹੀ ਰੂਪਰੇਖਾ ਦੇ ਨਾਲ ਉਹੀ ਰਣਨੀਤੀ ਦੇ ਨਾਲ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਤਾਂ ਦਿੱਲੀ ਜਾਣ ਦੇ ਲਈ ਕੀ ਕੁਝ ਰਣਨੀਤੀ ਤੈਅ ਕਰਨੀ ਹੈ, ਕੱਲ ਹੋਣ ਵਾਲੀ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਕਾਫੀ ਕੁਝ ਤੈਅ ਕਰੇਗਾ। ਤਾਂ ਕਈ ਪੱਖਾਂ ਦੇ ਉੱਪਰੋਂ ਇਹ ਦੇਖਣਾ ਹੋਵੇਗਾ ਕਿ ਖੇਤੀ ਕਾਨੂੰਨ ਤੇ ਅੜੀਆਂ ਦੋਵੇਂ ਧਿਰਾਂ ਜਿਹੜਾ ਮਸਲਾ ਹੈ ਉਹ ਖਤਮ ਕਰਨਾ ਚਾਹੁੰਦੀਆਂ ਨੇ। ਇਸ ਲਈ 13 ਨਵੰਬਰ ਨੂੰ ਜਿਹੜੀ ਇਹ ਹੋਣ ਵਾਲੀ ਮੀਟਿੰਗ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਪਹਿਲਾਂ ਇਹ ਹੈ ਕਿ ਕਿਸਾਨ ਜਥੇਬੰਦੀਆਂ ਝੁਕਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ 14 ਅਕਤੂਬਰ ਨੂੰ ਜਦੋਂ ਮੰਤਰੀਆਂ ਦੇ ਨਾਲ ਰਹਿਣ ਕਾਰਨ ਮੀਟਿੰਗ ਸਫਲ ਰਹੀ ਸੀ ਤਾਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਹੁਣ ਉਹ ਦਿੱਲੀ ਨਹੀਂ ਆਉਣਗੇ, ਸਰਕਾਰ ਨੂੰ ਹੀ ਚੰਡੀਗੜ੍ਹ ਆਉਣਾ ਪਵੇਗਾ। ਅਤੇ ਦੂਜੇ ਪਾਸੇ ਕੇਂਦਰ ਵੀ ਥੋੜੀ ਝੁਕ ਗਈ ਹੈ, ਕਿਉਂਕਿ ਹੁਣ ਕੇਂਦਰ ਸਰਕਾਰ ਨੇ ਵੀ ਆਪਣੇ ਸੀਨੀਅਰ ਮੰਤਰੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨ ਉੱਤੇ ਲਗਾ ਦਿੱਤਾ ਹੈ। ਸਾਫ਼ ਹੈ ਕਿ ਕੇਂਦਰ ਸਰਕਾਰ ਇਸ ਰੇੜਕੇ ਨੂੰ ਜਲਦ ਤੋਂ ਜਲਦ ਖਤਮ ਕਰਕੇ ਅੱਗੇ ਵਧਣਾ ਚਾਹੁੰਦੀ ਹੈ। ਤੇ ਉਧਰ ਸਖਤ ਮੁਕਾਬਲੇ ਵਿੱਚ ਆਖਿਰਕਾਰ ਐਨਡੀਏ ਨੂੰ ਬਹੁਮਤ ਮਿਲਿਆ ਹੈ। ਜੀ ਹਾਂ, ਐਨਡੀਏ ਨੂੰ 125 ਅਤੇ ਮਹਾਗਠਜੋੜ ਨੂੰ 110 ਸੀਟਾਂ ਮਿਲੀਆਂ ਨੇ। ਮਹਾਗਠਜੋੜ ਹਾਰਿਆ ਪਰ ਆਰਜੇਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਆਰਜੇਡੀ ਨੂੰ 75 ਤੇ ਬੀਜੇਪੀ ਨੂੰ 74 ਸੀਟਾਂ ਮਿਲੀਆਂ ਨੇ, ਜਦੋਂ ਕਿ ਜੇਡੀਯੂ ਨੂੰ 43 ਅਤੇ ਕਾਂਗਰਸ ਦੇ ਖਾਤੇ ਵਿੱਚ 19 ਸੀਟਾਂ ਰਹੀਆਂ। ਪਿਛਲੀ ਵਾਰ ਦੇ ਮੁਕਾਬਲੇ ਜੇਡੀਯੂ ਦੀਆਂ ਸੀਟਾਂ ਕਾਫੀ ਘਟੀਆਂ ਨੇ। ਪਿਛਲੀ ਵਾਰ ਦੇ ਮੁਕਾਬਲੇ ਬੀਜੇਪੀ ਦਾ ਪ੍ਰਦਰਸ਼ਨ ਚੰਗਾ ਰਿਹਾ। ਤਾਂ ਸਖਤ ਕੜੇ ਮੁਕਾਬਲੇ ਤੋਂ ਬਾਅਦ ਦੇਰ ਰਾਤ ਐਨਡੀਏ ਨੂੰ 125 ਸੀਟਾਂ ਦੇ ਨਾਲ ਬਹੁਮਤ ਮਿਲ ਗਿਆ, ਪਰ ਆਰਜੇਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਜਿਸ ਨੂੰ 75 ਸੀਟਾਂ, ਜਦੋਂ ਕਿ ਬੀਜੇਪੀ ਦੇ ਖਾਤੇ ਵਿੱਚ 74 ਸੀਟਾਂ ਮਿਲੀਆਂ ਤੇ ਜੇਡੀਯੂ ਯਾਨੀ ਕਿ ਨੀਤੀਸ਼ ਕੁਮਾਰ ਦੀ ਪਾਰਟੀ ਨੂੰ 43 ਸੀਟਾਂ ਤੇ ਕਾਂਗਰਸ ਦੇ ਖਾਤੇ ਵਿੱਚ 19 ਸੀਟਾਂ ਹੀ ਰਹੀਆਂ। ਯਾਨੀ ਕਿ ਪਿਛਲੀ ਵਾਰ ਦੇ ਮੁਕਾਬਲੇ ਨੀਤੀਸ਼ ਦੀ ਪਾਰਟੀ ਦੀਆਂ ਸੀਟਾਂ ਘਟੀਆਂ ਨੇ, ਜਦੋਂ ਕਿ ਬੀਜੇਪੀ ਦਾ ਪ੍ਰਦਰਸ਼ਨ ਬਿਹਾਰ ਦੇ ਵਿੱਚ ਚੰਗਾ ਰਿਹਾ। ਤਾਂ ਉਧਰ ਸਕਾਲਰਸ਼ਿਪ ਸਕੈਮ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ। ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਨੂੰ ਵਿਸਥਾਰਿਤ ਐਫੀਡੈਵਿਟ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ। ਕੇਂਦਰ ਦੇ ਜਵਾਬ ਤੋਂ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ। ਹਾਈ ਕੋਰਟ ਦੇ ਵਿੱਚ ਕੇਂਦਰ ਨੇ ਆਪਣਾ ਜਿਹੜਾ ਪੱਖ ਰੱਖਿਆ। ਉਹਨਾਂ ਨੇ ਕਿਹਾ ਕਿ ਨਹੀਂ ਦਿੱਤੀ ਗਈ ਜਾਂਚ ਦੀ ਕੋਈ ਵੀ ਰਿਪੋਰਟ, ਉਹਨਾਂ ਨੂੰ ਜਾਂਚ ਦੀ ਹਾਲੇ ਤੱਕ ਕੋਈ ਵੀ ਰਿਪੋਰਟ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਨੂੰ ਸਕੈਮ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਪਟੀਸ਼ਨਕਰਤਾ ਦੇ ਵੱਲੋਂ ਹੁਣ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਤਾਂ ਹੁਣ ਇਸ ਮਾਮਲੇ ਦੇ ਉੱਪਰ ਅਗਲੀ ਸੁਣਵਾਈ ਹੈ ਜਿਹੜੀ ਉਹ 27 ਜਨਵਰੀ ਨੂੰ ਹੋਵੇਗੀ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਦੇ ਵਿੱਚ ਜਿਸ 'ਚ ਮੰਤਰੀ ਸਾਧੂ ਸਿੰਘ ਧਰਮਸੋਤ ਜੀ ਦਾ ਨਾਮ ਆਇਆ ਸੀਗਾ ਤੇ ਉਸ ਨੂੰ ਲੈ ਕੇ ਅੱਜ ਆਨਰੇਬਲ ਹਾਈ ਕੋਰਟ 'ਚ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਗਈ, ਉਹਦੀ ਤਾਰੀਖ ਸੀਗੀ ਤੇ ਬੜੀ ਹੈਰਾਨੀ ਤੇ ਬੜੀ ਸੋਚਣ ਦੀ ਗੱਲ ਹੈ ਕਿ ਜਿੱਥੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇੱਕ ਤਰ੍ਹਾਂ ਦੇ ਜੋ ਰਿਪੋਰਟ ਸੁਣਨ 'ਚ ਆ ਰਿਹਾ ਕਿ ਮੰਤਰੀ ਸਾਹਿਬ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ, ਪ੍ਰਿੰਸੀਪਲ ਸੈਕਟਰੀ ਨੂੰ ਵੀ ਚੇਂਜ ਕਰ ਦਿੱਤਾ ਗਿਆ ਹੈ, 3 ਮੈਂਬਰੀ ਜਿਹੜੀ ਉਹਦੀ ਰਿਪੋਰਟ ਵੀ ਜਿਹੜਾ ਆਈਐਸ ਅਫਸਰਾਂ ਦੀ ਆ ਚੁੱਕੀ ਹੈ, ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਅੱਜ ਸਮਾਂ ਮੰਗਿਆ ਗਿਆ ਰਿਪਲਾਈ ਫਾਈਲ ਕਰਨ ਵਾਸਤੇ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਜੇ ਰਿਪਲਾਈ ਤਿਆਰ ਨਹੀਂ ਹੋਏ ਸਾਨੂੰ ਰਿਪਲਾਈ ਤਿਆਰ ਆਪਣਾ ਫਾਈਲ ਕਰਨ ਵਾਸਤੇ ਸਮਾਂ ਦਿੱਤਾ ਜਾਵੇ। ਬੜੀ ਹੈਰਾਨੀ ਤੇ ਹੈਰਤ ਦੀ ਗੱਲ ਹੈ, ਜਿਹਦਾ ਮਤਲਬ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਹੈ ਜੋ ਸਮਝ ਲੱਗ ਰਿਹਾ ਹੈ। ਉਦੋਂ ਸੂਬਾ ਸਰਕਾਰ ਨੇ ਸੂਬੇ ਵਿੱਚ ਸੀਬੀਆਈ ਦੀ ਸਿੱਧੀ ਐਂਟਰੀ ਉੱਤੇ ਮੁਕੰਮਲ ਰੋਕ ਲਾ ਦਿੱਤੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਬਗੈਰ ਸਰਕਾਰੀ ਸਹਿਮਤੀ ਤੋਂ ਸੀਬੀਆਈ ਕਿਸੇ ਵੀ ਮਾਮਲੇ ਦੀ ਸਿੱਧੀ ਜਾਂਚ ਕਰੇ। ਸੀਬੀਆਈ ਹੁਣ ਪੰਜਾਬ ਦੇ ਵਿੱਚ ਸਿੱਧੀ ਕਾਰਵਾਈ ਨਹੀਂ ਕਰ ਸਕੇਗੀ। ਪੰਜਾਬ ਦੇ ਵਿੱਚ ਕੋਈ ਜਾਂਚ ਕਰਨ ਲਈ ਕੇਂਦਰੀ ਏਜੰਸੀ ਨੂੰ ਪਹਿਲਾਂ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਕੈਪਟਨ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੀਬੀਆਈ ਨੂੰ ਸੂਬੇ ਅੰਦਰ ਕੋਈ ਵੀ ਜਾਂਚ ਕਰਨ ਦੀ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਹੈ। ਪੰਜਾਬ ਸਰਕਾਰ ਨੇ ਦਿੱਲੀ ਵਿਸ਼ੇਸ਼ ਪੁਲਿਸ ਐਕਟ 1946 ਦੀ ਧਾਰਾ 25 ਤਹਿਤ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਖਦਸ਼ਾ ਸੀ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੇ ਮਾਹੌਲ ਵਿਚਾਲੇ ਸੀਬੀਆਈ ਕਾਂਗਰਸ ਦੇ ਮੰਤਰੀਆਂ ਜਾਂ ਫਿਰ ਵਿਧਾਇਕਾਂ ਨੂੰ ਟਾਰਗੇਟ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ 8 ਨਵੰਬਰ ਨੂੰ ਇੱਕ ਬਹੁਤ ਵਧੀਆ ਡਿਸੀਜਨ ਲਿਆ, ਜਿਹਦੇ ਵਿੱਚ ਗਵਰਨਮੈਂਟ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਕੱਢਿਆ, ਜਿਹਦੇ ਵਿੱਚ ਜਿਹੜੀ ਸੀਬੀਆਈ ਨੂੰ ਇੱਕ ਪਰਮਾਨੈਂਟ ਸੈਂਕਸ਼ਨ ਦਿੱਤੀ ਹੋਈ ਸੀ ਇਨਵੈਸਟੀਗੇਸ਼ਨ ਦੀ, ਉਹ ਵਿਡਰਾ ਕੀਤੀ ਹੈ। ਪੰਜਾਬ ਗਵਰਨਮੈਂਟ ਨੇ ਜਿਹੜੀ ਸੈਂਕਸ਼ਨ ਦਿੱਤੀ ਸੀ ਉਹ ਵਾਪਸ ਲਈ ਹੈ, ਲੇਕਿਨ ਪੰਜਾਬ ਗਵਰਨਮੈਂਟ ਨੇ ਇਹ ਵੀ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਹੈ ਕਿ ਜਿਹੜੀ ਇਹ ਸੈਂਕਸ਼ਨ ਹੈ ਇਹ ਕੇਸ ਟੂ ਕੇਸ ਸੀਬੀਆਈ ਨੂੰ ਦਿੱਤੀ ਜਾਏਗੀ। ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਾਂਗਰਸ ਦੇ ਕਈ ਮੰਤਰੀ ਤੇ ਵਿਧਾਇਕ ਘੁਟਾਲੇ ਤੇ ਗੈਰ ਕਾਨੂੰਨੀ ਕੰਮਾਂ ਵਿੱਚ ਘਿਰੇ ਹੋਏ ਨੇ। ਇਸ ਲਈ ਪੰਜਾਬ ਸਰਕਾਰ ਨੇ ਸੀਬੀਆਈ ਦਾ ਪੰਜਾਬ ਵਿੱਚ ਸਿੱਧਾ ਦਖਲ ਰੋਕ ਦਿੱਤਾ ਹੈ। ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਖਾਦਸ਼ਾ, ਜਿਵੇਂ ਸਕਾਲਰਸ਼ਿਪ ਘਟਾਲੇ ਦਾ ਹੈ, ਸ਼ਰਾਬ ਮਾਫੀਆ ਦਾ ਹੈ, ਮਾਈਨਿੰਗ ਦੇ ਵਿੱਚ 26 ਐਮਐਲਏ ਦੇ ਨਾਂ ਆ ਗਏ, ਮਤਲਬ ਇਸ ਤਰ੍ਹਾਂ ਦੇ ਜਿਹੜੇ ਸਕੈਂਡਲ ਹੋਏ ਪਿਛਲੇ 4.5 ਸਾਲਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ, ਇਹ ਘਟਾਲਿਆਂ ਤੇ ਡਰਦੀ ਕਿ ਪੰਜਾਬ ਸਰਕਾਰ ਇਹ ਪਾਬੰਦੀਆਂ ਲਾ ਰਹੀ ਹੈ। ਵੈਸੇ ਜਿੱਥੇ ਤੱਕ ਸੂਬਿਆਂ ਦੇ ਅਧਿਕਾਰ ਖੇਤਰ ਦੀ ਗੱਲ ਹੈ, ਉਹਦੇ ਅਸੀਂ ਮਦਈ ਹਾਂ ਕਿ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦਾ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਪੰਜਾਬ ਤੋਂ ਪਹਿਲਾਂ ਝਾਰਖੰਡ, ਮਹਾਰਾਸ਼ਟਰ, ਪੱਛਮੀ ਬੰਗਾਲ, ਰਾਜਸਥਾਨ, ਛੱਤੀਸਗੜ੍ਹ, ਆਂਧਰ ਪ੍ਰਦੇਸ਼ ਤੇ ਕੇਰਲ ਦੀਆਂ ਸਰਕਾਰਾਂ ਵੀ ਸੀਬੀਆਈ ਨੂੰ ਦਿੱਤੀ ਆਮ ਸਹਿਮਤੀ ਨੂੰ ਵਾਪਸ ਲੈ ਚੁੱਕੀਆਂ ਹਨ। ਇਨ੍ਹਾਂ ਸਾਰੇ ਸੂਬਿਆਂ ਦੇ ਵਿੱਚ ਗੈਰ ਭਾਜਪਾ ਸਰਕਾਰਾਂ ਨੇ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਉਧਰ ਪੰਜਾਬ ਦੇ ਵਿੱਚ ਸਿਰਫ 2 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਦੀਵਾਲੀ ਗੁਰਪੁਰਬ ਉੱਤੇ ਪਟਾਕੇ ਚਲਾਉਣ ਦੀ ਜਿਹੜੀ ਛੋਟ ਹੈ ਉਹ ਦਿੱਤੀ ਗਈ ਹੈ। ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਦੀਵਾਲੀ ਉੱਤੇ ਰਾਤ 8 ਵਜੇ ਤੋਂ 10 ਵਜੇ ਤੱਕ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰਪੁਰਬ ਦੇ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਦੀ ਜਿਹੜੀ ਛੋਟ ਹੈ ਉਹ ਮਿਲੀ ਹੈ, ਜਦੋਂ ਕਿ ਕ੍ਰਿਸਮਸ ਮੌਕੇ ਰਾਤ 9 ਵਜੇ ਤੋਂ 10 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ। ਸਿਰਫ ਗ੍ਰੀਨ ਪਟਾਕੇ ਹੀ ਚਲਾਉਣ ਦੀ ਇਜਾਜ਼ਤ ਮਿਲੀ ਹੈ। ਉਧਰ ਮੰਡੀ ਗੋਬਿੰਦਗੜ੍ਹ ਦੇ ਵਿੱਚ ਪੂਰਨ ਤੌਰ ਦੇ ਉੱਪਰ ਪਟਾਕੇ ਬੈਨ ਕਰ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ 9-10 ਨਵੰਬਰ ਦੀ ਰਾਤ ਤੋਂ 3 ਨਵੰਬਰ ਤੋਂ 1 ਦਸੰਬਰ ਤੱਕ ਦੀ ਰਾਤ ਤੱਕ ਇਹ ਪਟਾਕਿਆਂ ਉੱਪਰ ਬੈਨ ਰਹੇਗਾ। ਐਨਜੀਟੀ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਤੇ ਸੀਐਮ ਵੱਲੋਂ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਲਈ ਡੀਜੀਪੀ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ। ਗੱਲ ਕਰਦੇ ਹਾਂ ਅਗਲੀ ਖਬਰ ਦੀ। ਦਾਦਰੀ ਕੈਮੀਕਲ ਫੈਕਟਰੀ ਦੇ ਵਿੱਚ ਸਿਲੰਡਰ ਬਲਾਸਟ ਦੀ ਘਟਨਾ ਸਾਹਮਣੇ ਆਈ ਹੈ। ਫੈਕਟਰੀ ਦੇ ਵਿੱਚ ਉੱਠੀਆਂ ਅੱਗ ਦੀਆਂ ਲਪਟਾਂ ਤੋਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸਿਲੰਡਰ ਬਲਾਸਟ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਐਲਪੀਜੀ ਸਿਲੰਡਰ, ਜਿਸ ਦੇ ਫਟਣ ਤੋਂ ਬਾਅਦ ਵੱਡਾ ਧਮਾਕਾ ਹੋਇਆ ਤੇ ਦੇਖਦੇ ਪੂਰੀ ਫੈਕਟਰੀ ਨੂੰ ਅੱਗ ਦੀ ਚਪੇਟ ਦੇ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਨੇ ਹਾਲਾਂਕਿ
ਮੌਕੇ ਤੇ ਪਹੁੰਚ ਕੇ ਅੱਗ ਦੇ ਉੱਪਰ ਕਾਬੂ ਪਾਇਆ, ਜਿਸ ਦੇ ਚੱਲਦੇ ਕਿਸੇ ਵੀ ਵੱਡੀ ਘਟਨਾ ਹੋਣ ਤੋਂ ਬਚਾ ਰਿਹਾ। ਪਰ ਇਸ ਹਾਦਸੇ ਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੈ ਉਹ ਸੜ ਕੇ ਸੁਆਹ ਹੋ ਗਿਆ। ਫੈਕਟਰੀ ਦੇ ਵਿੱਚ ਉਸ ਵੇਲੇ ਜਿਸ ਵੇਲੇ ਇਹ ਹਾਦਸਾ ਵਾਪਰਿਆ ਕੋਈ ਵੀ ਮੁਲਾਜ਼ਮ ਨਹੀਂ ਸੀ। ਬਾਈਪਾਸ ਦੇ ਕੋਲ ਇਹ ਫੈਕਟਰੀ ਸਥਿਤ ਹੈ ਜਿੱਥੇ LPG ਦਾ ਸਿਲੰਡਰ ਫਟਣ ਦੇ ਨਾਲ ਧਮਾਕਾ ਹੋਇਆ। ਤਾਂ ਤਸਵੀਰਾਂ ਆਪ ਮੁਹਾਰੇ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਉਹ ਧਮਾਕਾ ਹੋਏਗਾ। ਪੂਰਾ ਇਲਾਕਾ ਉਸ ਵੇਲੇ ਸਹਿਮ ਦੇ ਵਿੱਚ ਸੀ। ਅੱਗ ਦਾ ਵੱਡਾ ਗੋਲਾ ਬਾਹਰ ਨਿਕਲਿਆ ਔਰ ਦੇਖਦੇ ਦੇਖਦੇ ਪੂਰੀ ਫੈਕਟਰੀ ਨੂੰ ਉਸਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਠੀਕ ਬਾਈਪਾਸ ਦੇ ਕੋਲ ਇਹ ਫੈਕਟਰੀ ਸੀ ਜਿੱਥੇ ਇਹ ਧਮਾਕਾ ਹੋਇਆ। ਫਿਲਹਾਲ ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾ ਲਿਆ। ਖੁਸ਼ਕਿਸਮਤੀ ਨਾਲ ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਕੋਈ ਵੀ ਮੁਲਾਜ਼ਮ ਫੈਕਟਰੀ ਦੇ ਵਿੱਚ ਮੌਜੂਦ ਨਹੀਂ ਸੀ। पास में जी पहुंचा कि जबरदस्त आग लगी हुई है। दमकल विभाग के कर्मचारी तीन गाड़ियां लेकर मौके पर पहुंचे, बड़ी मकसद से आग पर काबू पाया। 15 सिलेंडर आग में फट चुके हैं। जो सिलेंडर हैं वो कौन से मिले हैं यहाँ पे? छोटे और बड़े सिलेंडर हैं। बहुत बड़ा रिस्क उठाया है फायर ब्रिगेड के कर्मचारियों ने। अंदर घुस के सिलेंडरों फटते हुए सिलेंडरों के पास घुस के आग पर काबू पाया है। किस चीज़ की फैक्ट्री है? ये स्टील की है जी। तो आग कैसे लगी पता? गेट वगैरह कंक्रीट बनाते हैं। आग कैसे लगी महसूस हो रही है? आग कैसे लगी? शॉर्ट सर्किट से बता रहे हैं। ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਉੱਤੇ ਇਲਜ਼ਾਮ ਲਗਾਏ ਨੇ। ਸ਼ਿਕਾਇਤ ਕਰਨ ਦੀ ਬਜਾਏ ਖੱਜਲ ਖੁਆਰੀ ਕੀਤੀ ਗਈ ਹੈ। ਕਹਿਣਾ ਸ਼ਹਿਨਾਜ਼ ਗਿੱਲ ਦੇ ਪਿਤਾ ਦਾ 2-3 ਘੰਟੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ ਕਿ SSP ਨੇ ਮਿਲਣ ਤੱਕ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਹਿਨਾਜ਼ ਗਿੱਲ ਦੇ ਘਰ ਦੇ ਬਾਹਰ ਲੱਗੇ ਸਨ ਖਾਲਿਸਤਾਨੀ ਪੋਸਟਰ। 2 ਦਿਨ ਪਹਿਲਾਂ ਸ਼ਹਿਨਾਜ਼ ਦੇ ਘਰ ਦੇ ਬਾਹਰ ਇਹ ਪੋਸਟਰ ਲਗਾਏ ਗਏ ਸਨ, ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 2-3 ਘੰਟੇ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ। ਸ਼ਿਕਾਇਤ ਕਰਨ ਦੀ ਬਜਾਏ ਖੱਜਲ ਖੁਆਰੀ ਕੀਤੀ ਗਈ ਹੈ, ਜਦੋਂ ਕਿ SSP ਨੇ ਮਿਲਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਦੇ ਘਰ ਦੇ ਬਾਹਰ ਖਾਲਿਸਤਾਨੀ ਪੋਸਟਰ ਲਗਾਏ ਗਏ ਸਨ। ਪਹਿਲਾਂ 6-7 ਤਰੀਕ ਦੇ ਵਿੱਚ ਮੇਰੇ ਘਰ ਦੇ ਬਾਹਰ ਪੋਸਟਰ ਲਾਏ ਗਏ ਸੀ। ਕੁਝ ਪਤਾ ਨਹੀਂ ਹੁਣ ਸ਼ਰਾਰਤ ਨਾਲ ਕਿਸੇ ਨੇ ਲਾਏ ਕਿ ਜਾਂ ਕਿਸੇ ਨੇ ਸੀਰੀਅਸ ਹੋ ਕੇ ਲਾਏ। ਕੁਝ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਾਏ ਗਏ ਸੀ। 4 ਪੋਸਟਰ ਲੱਗੇ ਸੀ ਦਰਵਾਜ਼ੇ ਤੇ। ਇੱਕ ਪੋਸਟਰ ਲੱਗਾ ਸੀ ਇਧਰਲੀ ਲੈਫਟ ਸਾਈਡ ਬੁਰਜੀ ਤੇ, ਇੱਕ ਗੇਟ ਤੇ, 2 ਲੈਫਟ ਸਾਈਡ ਦੀਵਾਰ ਤੇ ਲਾਏ ਗਏ ਸੀ। ਜਿਹਦੀ ਜਾਣਕਾਰੀ ਮੈਂ ਪੁਲਿਸ ਨੂੰ ਦਿੱਤੀ। ਪੁਲਿਸ ਆਈ ਵੀ, ਲੇਕਿਨ ਕਾਰਵਾਈ ਕਰਨ ਦੇ ਕੋਈ ਕਾਰਵਾਈ ਕਰੇ ਮੈਨੂੰ ਹੀ ਉਲਟਾ ਥਾਣੇ ਦੇ ਵਿੱਚ ਬੁਲਾ ਕੇ 2-3 ਘੰਟੇ ਮੇਰੇ ਕੋਲ ਪੁੱਛਗਿੱਛ ਕੀਤੀ ਗਈ। ਇੱਕ ਮੇਰੇ ਨਾਲ ਦੁਰਵਿਵਹਾਰ ਕੀਤਾ ਗਿਆ ਜਿਸ ਤਰ੍ਹਾਂ ਮੈਂ ਇੱਕ ਮੁਜਰਮ ਹੁੰਨਾ। ਮੌਕਾ ਦੇਖ ਕੇ ਆਏ ਸੀਗੇ ਤੇ ਉੱਥੇ ਆਪਾਂ ਦੇਖਿਆ ਇੱਕ ਸੀਗਾ ਪੀਲੇ ਰੰਗ ਦਾ ਸਟicker ਲੱਗਿਆ ਹੋਇਆ ਸੀਗਾ ਜ਼ਰੂਰ। ਤੇ ਅਸੀਂ ਆਸੇ-ਪਾਸੇ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੇਖਿਆ ਕਿ ਰਾਤ ਨੂੰ ਨਹੀਂ ਸੀਗਾ, ਸਵੇਰੇ ਸੀਗਾ। ਅਸੀਂ CCTV ਫੁਟੇਜ ਚੈੱਕ ਕਰ ਰਹੇ ਹਾਂ। ਆਪਾਂ ਜਲਦ ਤੋਂ ਜਲਦ ਦੋਸ਼ੀ ਲੱਭਣ ਦੀ ਕੋਸ਼ਿਸ਼ ਸਾਡੀ ਜਾਰੀ ਹੈ। ਜਦੋਂ ਵੀ ਰਾਉਂਡ ਅਪ ਕੀਤਾ ਤੇ ਉਹਨੂੰ ਫੜ ਲਿਆ ਜਾਏਗਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹੁਣ ਗੱਲ ਕਰਦੇ ਹਾਂ ਪਰੌਂਠਿਆਂ ਵਾਲੀ ਬੇਬੇ ਦੀ। ਜੀ ਹਾਂ, ਪਰੌਂਠਿਆਂ ਵਾਲੀ ਬੇਬੇ ਨੂੰ ਕੈਪਟਨ ਦੀ ਸਹਾਇਤਾ ਮਿਲੀ ਹੈ। ਮੁੱਖ ਮੰਤਰੀ ਨੇ ਇਸ ਬੇਬੇ ਨੂੰ ਭੇਜੇ ਨੇ 1 ਲੱਖ ਰੁਪਏ। ਜਲੰਧਰ ਵਿੱਚ ਰਹਿੰਦੀ ਹੈ ਬੇਬੇ ਕਮਲੇਸ਼ ਕੁਮਾਰੀ। ਤਾਂ ਬਜ਼ੁਰਗਾਂ ਦੀ ਚੰਗੀ ਜ਼ਿੰਦਗੀ ਲਈ ਮੇਰੀ ਸਰਕਾਰ ਹਮੇਸ਼ਾ ਵਚਨਬੱਧ ਹੈ, ਕਹਿਣਾ ਕੈਪਟਨ ਅਮਰਿੰਦਰ ਸਿੰਘ ਦਾ। ਤਾਂ ਪਰੌਂਠੇ ਬਣਾ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੀ ਹੈ ਬੇਬੇ। ਫਗਵਾੜਾ ਗੇਟ ਉੱਤੇ ਪਰੌਂਠੇ ਬਣਾਉਂਦੀ ਹੈ ਇਹ ਬੇਬੇ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਬੇਬੇ ਦੀ ਕਹਾਣੀ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ 1 ਲੱਖ ਰੁਪਏ ਇਸ ਬੇਬੇ ਨੂੰ ਭੇਜੇ ਨੇ ਤੇ ਉਹਨਾਂ ਨੇ ਬੇਬੇ ਦਾ ਸਤਿਕਾਰ ਕੀਤਾ ਤੇ ਕਿਹਾ ਕਿ ਮੇਰੀ ਸਰਕਾਰ ਬਜ਼ੁਰਗਾਂ ਦੀ ਚੰਗੀ ਜ਼ਿੰਦਗੀ ਲਈ ਹਮੇਸ਼ਾ ਵਚਨਬੱਧ ਹੈ, ਕਹਿਣਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਤਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਖੂਬ ਚਰਚਾ ਦੇ ਵਿੱਚ ਹੈ ਪਰੌਂਠਿਆਂ ਵਾਲੀ ਬੇਬੇ। ਤਾਂ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਪਰ ਖਬਰਾਂ ਜਾਰੀ ਨੇ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।